ਹੈਲੋ ਸਟੂਡੈਂਟ, ਨੈਕਸਟ ਬੇਟਾ ਤੁਹਾਡਾ ਜਿਹੜਾ CSA ਦਾ ਲੈਕਚਰ ਆਪਾਂ ਪਹਿਲਾਂ ਮੈਮਰੀ ਐਡਰੈਸ ਬਾਰੇ ਪੜ੍ਹ ਚੁੱਕੇ ਹਾਂ। ਠੀਕ ਹੈ, ਮੈਮਰੀ ਐਡਰੈਸ ਕੀ ਹੁੰਦਾ, ਮੈਮਰੀ ਆਰਗੇਨਾਈਜੇਸ਼ਨ, ਰੈਮ ਰੂਮ ਸਾਰੀਆਂ ਚੀਜ਼ਾਂ ਪੜ੍ਹ ਚੁੱਕੇ ਹਾਂ। ਹੁਣ ਆਪਾਂ ਇਹਦੇ ਵਿੱਚ ਰੀਡ ਕਰਾਂਗੇ ਬੇਟਾ ਬਾਈਟ ਆਰਡਰਿੰਗ ਕੀ ਹੁੰਦੀ ਹੈ, ਬਾਈਟ ਦੇ ਅਕੋਰਡਿੰਗ ਆਪਾਂ ਵਰਕ ਕਿਵੇਂ ਕਰਦੇ ਹਾਂ। ਠੀਕ ਹੈ, ਬਾਈਟ ਆਰਡਰਿੰਗ ਇਨ ਮੈਮਰੀ ਰੈਫਰ ਟੂ ਵੇ ਵਿਚ ਆ ਸੀਕੁਐਂਸ ਆਫ ਬਾਈਟ ਇਜ਼ ਸਟੋਰਡ ਇਨ ਅ ਕੰਪਿਊਟਰ ਮੈਮਰੀ। ਮਤਲਬ ਕਿ ਬਾਈਟ ਆਰਡਰਿੰਗ ਇੱਕ ਮੈਮਰੀ ਆ। ਠੀਕ ਹੈ, ਮੈਮਰੀ ਦੇ ਵਿੱਚ ਕੀ ਕੰਮ ਹੈ ਇਹਦਾ, ਇਹਦੇ ਵਿੱਚ ਕੀ ਆ, ਮਤਲਬ ਬਾਈਟਸ ਦੇ ਵਿੱਚ ਜੋ ਵੀ ਡਾਟਾ ਸਟੋਰ ਕੀਤਾ ਇਹਨਾਂ ਨੂੰ ਸੀਕੁਐਂਸ ਵਾਈਜ਼ ਕੀਤਾ ਜਾਂਦਾ, ਮਤਲਬ ਕਿ ਸੀਰੀਅਲ ਵਾਈਜ਼, ਜਿਵੇਂ 1 2 3 4 5 6 ਸੋ ਔਨ, ਇਸ ਤਰ੍ਹਾਂ। ਠੀਕ ਹੈ, ਇਹਦੇ ਲਈ ਆਪਣੇ ਕੋਲ ਟੂ ਮੈਥਡ ਆ ਜਿਹੜੇ ਸਟੋਰ ਕਰਨ ਦੇ ਮੈਮਰੀ ਨੂੰ। ਫਸਟ ਆ ਬਿਗ ਇੰਡੀਅਨ, ਦੂਸਰਾ ਲਿਟਲ। ਬਿੰਗ ਦਾ ਮਤਲਬ ਹੈ ਮੋਸਟ ਸਿਗਨੀਫਿਕੈਂਟ ਬਿਟ, ਸਭ ਤੋਂ ਵੱਡਾ ਵੱਡਾ ਬਿਟ ਕਿਹੜਾ ਹੈਗਾ। ਠੀਕ ਹੈ, ਇਟ ਇਜ਼ ਐਨ ਆਰਡਰ ਇਨ ਅ ਵਿਚ ਦਾ ਬਿਗ ਐਂਡ, ਜਿਹਦਾ ਮਤਲਬ ਕਿ ਸਭ ਤੋਂ ਵੱਡਾ ਬਿਗ ਐਂਡ ਇਜ਼ ਸਟੋਰਡ ਐਟ ਦਾ ਸਟਾਰਟਿੰਗ ਐਡਰੈਸ ਇਨ ਮੈਮਰੀ, ਮਤਲਬ ਕਿ ਸਟਾਰਟਿੰਗ ਦੇ ਵਿੱਚ ਸਟੋਰ ਕੀਤਾ ਜਾਂਦਾ, ਪਰ ਉਹ ਸਭ ਤੋਂ ਵੱਡੀ ਵੈਲਿਊ ਹੁੰਦੀ ਆ। ਠੀਕ ਹੈ ਜੀ, ਲਿਟਲ ਇੰਡੀਅਨ, ਇਟ ਇਜ਼ ਐਨ ਆਰਡਰ ਇਨ ਵਿਚ ਦਾ ਲਿਟਲ ਐਂਡ ਲੀਸਟ ਸਿਗਨੀਫਿਕੈਂਟ ਬਿਟ ਇਨ ਦਾ ਸੀਕੁਐਂਸ ਇਜ਼ ਸਟੋਰਡ ਐਟ ਦਾ ਸਟਾਰਟਿੰਗ ਐਡਰੈਸ ਇਨ ਦਾ ਮੈਮਰੀ। ਇਹਦੇ ਵਿੱਚ ਜਿਹੜੇ ਮਤਲਬ ਕਿ ਜੋ ਵੀ ਆਪਾਂ ਐਡਰੈਸ ਦੇ ਵਿੱਚ ਯੂਜ਼ ਕਰ ਰਹੇ ਹਾਂ, ਐਡਰੈਸ ਵਗੈਰਾ ਮੈਮਰੀ ਸਟੋਰ ਕਰਨ ਦੇ ਲਈ ਜੋ ਵੀ ਆਪਾਂ ਐਡਰੈਸ ਯੂਜ਼ ਕਰ ਰਹੇ ਹਾਂ, ਉਹਦੀ ਵੈਲਿਊ ਹੈ ਜਿਹੜੀ ਲਿਟਲ, ਮਤਲਬ ਕਿ ਸਭ ਤੋਂ ਛੋਟੀ ਹੋਊਗੀ। ਇਹਦੀ ਜਿਹੜੀ ਮਤਲਬ ਜੋ ਵੀ ਸਮਝ ਹੈ ਤੁਹਾਨੂੰ ਆਸ ਐਗਜ਼ਾਮਪਲ ਦੇ ਦੁਆਰਾ ਆਏਗੀ ਜੋ ਆਪਾਂ ਕਰਾਂਗੇ। ਠੀਕ ਹੈ, ਇੰਡੀਅਨਨੈਸ ਇੰਟੀਜ਼ਰ ਡਾਟਾ। ਠੀਕ ਹੈ, ਜਿਹਦੇ ਵਿੱਚ ਕੀ ਆ ਗਿਆ ਆਪਣੇ ਕੋਲ ਇੰਡੀਅਨਨੈਸ ਐਂਡ ਇੰਟੀਜ਼ਰ ਡਾਟਾ। ਕੋਨਸਾਈਡਰ ਦਾ ਕੀ ਹੈ ਆਪਣੇ ਕੋਲ ਬੇਟਾ, ਇਹਦੇ ਵਿੱਚ 4 ਬਾਈਟ ਰਜਿਸਟਰ ਲੈ ਰਹੇ ਆ, ਜ਼ੀਰੋ ਦੀ ਜਿਵੇਂ ਮਲਟੀਪਲਾਈ, ਜਿਵੇਂ 44 33 22 11, ਇਸ ਤਰ੍ਹਾਂ 4 ਬਾਈਟਸ ਆਪਣੇ ਕੋਲ ਕੀ ਹੈ, ਇਹ ਰਜਿਸਟਰ ਯੂਜ਼ ਕੀਤਾ ਜਾ ਰਿਹਾ 1 2 3 4। ਠੀਕ ਹੈ ਜੀ, 4 ਬਾਈਟਸ ਹੋ ਗਿਆ। ਦ ਬਿਗ ਐਂਡ ਬਾਈਟ ਦ ਹਾਈਐਸਟ ਔਰ ਮੋਸਟ ਸਿਗਨੀਫਿਕੈਂਟ ਬਾਈਟ ਇਜ਼ ਆ, ਸਭ ਤੋਂ ਜਿਹੜਾ ਬਿਗ ਐਂਡ ਆ, ਹਾਈਐਸਟ, ਮੋਸਟ ਸਿਗਨੀਫਿਕੈਂਟ ਆ 44 ਆ ਨਾ। ਠੀਕ ਹੈ ਜੀ, ਐਂਡ ਦ ਲਿਟਲ ਐਂਡ ਬਾਈਟ ਦ ਲੋਐਸਟ ਔਰ ਸਿਗਨੀਫਿਕੈਂਟ ਬਾਈਟ ਇਜ਼ ਆ 11, ਸਭ ਤੋਂ ਛੋਟਾ ਕੀ ਹੈ ਆਪਣੇ ਕੋਲੇ 11। ਠੀਕ ਹੈ, ਦ ਟੂ ਮੈਮਰੀ ਸਟੋਰੇਜ ਪੈਟਰਨ ਫਾਰ ਦਾ 4 ਬਾਈਟਸ, 4 ਬਾਈਟਸ ਨੂੰ ਸਟੋਰ ਕਰ ਲਈ ਆਪਾਂ, 2 ਮੈਮਰੀ ਪੈਟਰਨ ਯੂਜ਼ ਕਰਦੇ ਹਾਂ। ਬੇਟਾ ਦੇਖੋ, ਮੈਮਰੀ ਐਡਰੈਸ ਜਿਵੇਂ 01 ਦੇ ਵਿੱਚ ਸਟੋਰ ਕੀਤਾ ਗਿਆ 101 ਦੇ ਵਿੱਚ। ਬਿਗ ਇੰਡੀਅਨ ਪਹਿਲਾਂ ਬੇਟਾ 44 ਤੋਂ ਸ਼ੁਰੂ ਕੀਤਾ, ਫਿਰ 2 ਦੇ ਵਿੱਚ 33, 3 ਦੇ ਵਿੱਚ 22, 104 ਦੇ ਵਿੱਚ 11, ਇਸ ਤਰ੍ਹਾਂ ਆਪਾਂ ਇੰਡੀਅਨ ਬਿਗ ਵੈਲਿਊ ਸਟੋਰ ਕਰਨੀ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ ਬੇਟਾ ਲਿਟਲ ਐਂਡ ਤੋਂ ਜੇ ਸ਼ੁਰੂ ਕਰੀਏ ਤਾਂ ਉਹ ਆਪਣਾ ਕਿੱਥੋਂ ਸ਼ੁਰੂ ਹੋ ਰਿਹਾ ਹੈਗਾ, ਜਿਹਦੇ ਵਿੱਚ ਬੇਟਾ ਆਪਣੇ ਕੋਲੇ 11 22 33 44, ਮਤਲਬ ਇਹ ਕੀ ਹੈ, ਲਿਟਲ ਐਂਡ ਤੋਂ ਸ਼ੁਰੂ ਕੀਤਾ ਗਿਆ। ਇਹ ਕੀ ਕੀਤਾ ਗਿਆ ਬੇਟਾ ਆਪਣੇ ਕੋਲੇ ਬਿਗ ਇੰਡੀਅਨ ਤੋਂ ਸ਼ੁਰੂ ਕੀਤਾ ਗਿਆ। ਠੀਕ ਹੈ ਜੀ, ਇਸ ਤਰ੍ਹਾਂ ਆਪਾਂ 2 ਵੇ ਦੇ ਨਾਲ ਕੀ ਕਰ ਸਕਦੇ ਹਾਂਗੇ, 4 ਬਾਈਟਸ ਇੰਟੀਜ਼ਰ ਨੂੰ ਸਟੋਰ ਕਰ ਸਕਦੇ ਹਾਂ। as you see above in table, big Indian the highest order byte ms, most significant bit 44 is stored at the starting or lower address, and the lower order byte least significant bit ਹੈ ਜਿਹੜਾ ਬੇਟਾ ਉਹ ਆਪਣਾ ਹਾਇਰ ਐਡਰੈਸ ਤੇ ਸਟੋਰ ਹੈ। ਬੇਟਾ ਦੇਖੋ, ਜਿਹੜਾ ਆਪਣੇ ਕੋਲੇ ਇਸੇ ਅਕੋਰਡਿੰਗ ਜੇ ਆਪਾਂ ਬਿਗ ਇੰਡੀਅਨ ਦੀ ਗੱਲ ਕਰਦੇ ਹਾਂ ਤਾਂ ਮੋਸਟ ਸਿਗਨੀਫਿਕੈਂਟ ਬਿਟ 44 ਸਟੋਰ ਹੈ। ਜੇ ਆਪਾਂ ਲਿਟਲ ਐਂਡ ਦੀ ਗੱਲ ਕਰਦੇ ਹਾਂ ਤਾਂ ਕੀ ਹੈਗਾ ਬੇਟਾ ਆਪਣੇ ਕੋਲੇ 11, ਸਭ ਤੋਂ ਹਾਈਐਸਟ ਐਡਰੈਸ ਤੇ ਕੀ ਕੀਤਾ ਗਿਆ, ਸਟੋਰ ਕੀਤਾ ਗਿਆ। if we display the memory dump of the number, मतलब कि stored in memory at the address 10 in big Indian order, we see something like this। ਜੇਕਰ ਬੇਟਾ ਆਪਾਂ 101 ਤੇ ਬਿਗ ਇੰਡੀਅਨ ਨੂੰ ਸਟੋਰ ਕਰਦੇ ਆ ਤੇ 44 33 22 11 ਇਸ ਤਰ੍ਹਾਂ ਇਨਕਰੀਜ਼ਿੰਗ ਆਰਡਰ ਬਣੇਗਾ, ਕਿਉਂਕਿ ਪਹਿਲਾਂ ਬੇਟਾ ਆਪਣੇ ਕੋਲੇ ਕੀ ਆ ਗਿਆ 44 ਹੋ ਗਿਆ, ਫਿਰ 33 ਹੋ ਗਿਆ, ਫਿਰ 22, ਫਿਰ 11, ਕਿਉਂਕਿ ਸਭ ਤੋਂ ਬਿਗ ਇੰਡੀਅਨ ਤੋਂ ਸ਼ੁਰੂ ਕੀਤਾ, ਫਿਰ ਬਿਗ ਵੱਡੀ ਚੀਜ਼ ਤੋਂ ਸ਼ੁਰੂ ਕੀਤਾ। ਠੀਕ ਹੈ, ਇਸ ਤਰ੍ਹਾਂ ਡਿਸਪਲੇ ਟੂ ਲੈਫਟ ਆਫ ਦਾ ਆਰਡਰ ਲੈਫਟ ਸਾਈਡ ਤੋਂ ਚੱਲ ਰਿਹਾ ਹੈ। ਠੀਕ ਹੈ ਜੀ, ਵਿਚ ਫੋਲੋ ਐਂਡ ਅਸੈਂਡਿੰਗ ਲੈਫਟ ਟੂ ਰਾਈਟ, ਜਿਹੜਾ ਫੋਲੋ ਕਰਦਾਗਾ ਲੈਫਟ ਟੂ ਰਾਈਟ ਮੈਮਰੀ ਐਡਰੈਸ ਆਰਡਰ 102 102 ਹੋ ਗਿਆ, 103 ਹੋ ਗਿਆ, 104 ਹੋ ਗਿਆ। ਆਰਡਰ ਆਫ ਦਾ ਬਾਈਟ ਆਊਟਪੁੱਟ ਇਨ ਦਾ ਡੰਪ, ਜਿਵੇਂ ਆਰਡਰ ਆਫ ਬਾਈਟ ਬਣ ਗਿਆ, ਇਹਦੇ ਵਿੱਚ ਆਪਣੇ ਕੋਲ 44 33 22 11। ਠੀਕ ਹੈ, ਮਤਲਬ ਇਨਕਰੀਜ਼ਿੰਗ ਆਰਡਰ ਇਹਦਾ ਮਤਲਬ ਇਦਾਂ ਆਉਂਦਾ, ਹਾਈਐਸਟ ਤੋਂ ਕੀ ਹੁੰਦਾ, ਲੋਐਸਟ ਵੱਲ ਹੁੰਦਾ। ਦਾ ਸੇਮ ਆਰਡਰ ਐਜ਼ ਦਾ ਬਾਈਟ ਇਨ ਦਾ ਇੰਟੀਜ਼ਰ ਵੈਨ ਰਿਟਨ ਐਜ਼ ਦਿਸ ਵਨ, ਇਹਨੂੰ ਆਪਾਂ ਇਦਾਂ ਲਿਖ ਸਕਦੇ ਹਾਂ। ਅੱਗੇ ਆ ਗਿਆ ਬੇਟਾ ਸਿਮਿਲਰਲੀ ਇਨ ਦਾ ਲਿਟਲ ਇੰਡੀਅਨ ਸਟੋਰੇਜ ਐਜ਼ ਸ਼ੋਨ ਟੇਬਲ 2.2 ਦੇ ਵਿੱਚ ਗੱਲ ਕੀਤੀ ਗਈ ਆ। ਤਾਂ ਲੋਅਰ ਆਰਡਰ ਬਾਈਟ ਦੇ ਵਿੱਚ ਕੀ ਕੀਤਾ, 11 ਤੋਂ ਸ਼ੁਰੂ ਕੀਤਾ, ਉਹਨੂੰ ਆਪਾਂ ਹਾਈਐਸਟ ਐਡਰੈਸ ਤੇ ਸਟੋਰ ਕਰ ਰਹੇ ਹਾਂ। ਤਾਂ ਉਹਦਾ ਇਨਕਰੀਜ਼ਿੰਗ ਆਰਡਰ ਕਿੱਦਾਂ ਦਾ ਬਣੂਗਾ, ਜਿਵੇਂ 11 20 2 33 44, ਇਸ ਤਰ੍ਹਾਂ ਮਤਲਬ ਇਹਦਾ ਇਨਕਰੀਜ਼ਿੰਗ ਆਰਡਰ ਇਦਾਂ ਹੋਊਗਾ। ਠੀਕ ਹੈ ਜੀ, ਨੈਕਸਟ ਬੇਟਾ ਆਪਣੇ ਕੋਲੇ ਆ ਗਿਆ ਇਹਦੇ ਵਿੱਚ ਦਾ 0 ਮਲਟੀਪਲਾਈ 11 ਡਿਸਪਲੇ ਟੂ ਦਾ ਲੈਫਟ ਆਫ ਦਾ ਅਦਰ ਬਾਈਟ, ਮਤਲਬ ਕਿ ਲੈਫਟ ਸਾਈਡ ਤੋਂ ਸ਼ੁਰੂ ਹੋਇਆ, ਲੈਫਟ ਟੂ ਰਾਈਟ ਇਹਦੀ ਮੂਵਮੈਂਟ ਹੈ ਜਿਹੜੀ ਅੱਗੇ ਚੱਲ ਰਹੀ ਹੈ। 101 ਤੇ ਸਟੋਰ ਕੀਤਾ ਗਿਆ 11, 102 ਤੇ ਸਟੋਰ ਕੀਤਾ ਗਿਆ 22, 103 ਤੇ ਸਟੋਰ ਕੀਤਾ ਗਿਆ
33, 104 ਤੇ ਸਟੋਰ ਕੀਤਾ ਗਿਆ 44। ਬਟ ਦਾ ਆਰਡਰ ਆਫ ਬਾਈਟ ਆਊਟਪਿਨ ਦਾ ਡੰਪ ਦੇ ਵਿੱਚ ਸ਼ੁਰੂ ਕਰੀਏ ਜੇ ਆਪਾਂ 11, 22, 33, 44 ਇਸ ਤਰ੍ਹਾਂ ਇਹ ਬੈਕਵਰਡ ਟੂ ਦਾ ਵੇ ਕਿਹਾ ਗਿਆ, ਬੈਕਵਰਡ ਸਾਈਡ ਤੋਂ ਇਹ ਚੱਲ ਰਿਹਾ ਹੈਗਾ ਫਾਰਵਰਡ। ਠੀਕ ਹੈ ਜੀ, ਇਸ ਤਰ੍ਹਾਂ ਰਾਈਟ ਟੂ ਲੈਫਟ ਜਿਹੜਾ ਅਗੇਨ ਆਪਾਂ ਆਰਡਰ ਹੈ ਜਿਹੜਾ ਹਰਾਈ ਕਰਦੇ। ਇਸ ਤੋਂ ਬਾਅਦ ਆ ਗਿਆ ਐਰਰ ਕਰੈਕਟਿੰਗ ਕੋਡਸ ਦੀ ਗੱਲ ਕਰਦੇ ਆ। ਕੰਪਿਊਟਰ ਮੈਮਰੀਜ਼ ਕੈਨ ਮੇਕ ਐਰਰ ਓਕੇਸ਼ਨਲੀ ਡਿਊ ਟੂ ਵੇਰੀਏਸ਼ਨ ਇਨ ਵੋਲਟੇਜ ਔਨ ਦਾ ਮਦਰਬੋਰਡ। ਜਦੋਂ ਦੇਖੋ ਵੀਰੇ ਕੰਪਿਊਟਰ ਦੀ ਮੈਮਰੀ ਦੇ ਵਿੱਚ ਕੁਝ ਨਾ ਕੁਝ ਜਿਹੜੀਆਂ ਕਮੀਆਂ ਆਉਂਦੀਆਂ ਹੀ ਰਹਿੰਦੀਆਂ ਨੇ, ਕੋਈ ਨਾ ਕੋਈ ਮਿਸਟੇਕਸ, ਕੋਈ ਗਲਤੀਆਂ ਆਉਂਦੀਆਂ ਰਹਿੰਦੀਆਂ ਨੇ, ਕੋਈ ਨਾ ਕੋਈ ਪ੍ਰੋਬਲਮ ਆਉਂਦੀ ਰਹਿੰਦੀ ਆ ਮਦਰਬੋਰਡ ਟੂ ਕਾਸਮਿਕ ਰੈ। ਜਿਵੇਂ ਕਾਸਮਿਕ ਰੈ ਦੀ ਗੱਲ ਕੀਤੀ, ਰੇਜ਼ ਦੀ ਗੱਲ ਕੀਤੀ, ਬਟ ਇਹ ਆਪਣੀਆਂ ਆ ਜਾਂਦੀਆਂ ਜਿਹੜੀਆਂ ਆਪਣੀਆਂ ਬ੍ਰਹਿਮੰਡ ਤੋਂ ਪੈਂਦੀਆਂ ਨੇ। ਠੀਕ ਹੈ ਜੀ, ਜਿਹਦੇ ਵਿੱਚ ਕੀ ਹੁੰਦਾ ਆਪਣੇ ਕੋਲੇ ਰੇ ਔਰ ਦਾ ਰੇਡੀਓ ਐਕਟਿਵ ਡਿਕੇ ਦੈਟ ਕੈਨ ਕੇਸ ਬੈਟ ਇਨ ਦਾ ਮੈਮਰੀ ਟੂ ਫਲਿਪ। ਮਤਲਬ ਜਿਨ੍ਹਾਂ ਦੇ ਕੋਈ ਨਾ ਕੋਈ ਕਾਰਨ ਬਣ ਜਾਂਦੇ ਨੇ, ਇਹਨਾਂ ਦੇ ਵਿੱਚ ਕੋਈ ਨਾ ਕੋਈ ਵੋਲਟੇਜ ਆ ਜਿਹੜੀ ਉਹਦੇ ਵਿੱਚ ਕੋਈ ਐਰਰ ਆ ਜਿਹੜਾ ਕ੍ਰੀਏਟ ਹੋ ਜਾਂਦਾ। Since bit retain their programmed value in the form of electrical charge, this type of interference can alter the change charge of the memory bit causing error। ਜੇ ਇਸ ਤਰ੍ਹਾਂ ਦੀ ਇੰਟਰਫੇਅਰੈਂਸ ਆ ਜਾਂਦੀ ਆ, ਕੋਈ ਵੀ ਮਤਲਬ ਕਿ ਵੈਲਿਊ ਇਲੈਕਟ੍ਰੀਕਲੀ ਚੇਂਜ ਕਰਦੇ ਆ ਆਪਾਂ ਬੇਟਾ, ਤਾਂ ਉਹਦੇ ਨਾਲ ਆਪਣੇ ਸਾਰੇ ਸਿਸਟਮ ਦੇ ਵਿੱਚ ਕੋਈ ਨਾ ਕੋਈ ਐਰਰ ਆ ਜਿਹੜਾ ਕ੍ਰੀਏਟ ਜ਼ਰੂਰ ਹੁੰਦਾ। ਠੀਕ ਹੈ ਜੀ, ਤਾਂ ਥੀਸ ਐਰਰ ਕੈਨ ਬੀ ਡਿਟੈਕਟਡ। ਜਿਹੜੇ ਇਸ ਤਰ੍ਹਾਂ ਦੇ ਐਰਰ ਕ੍ਰੀਏਟ ਹੁੰਦੇ ਆ ਜਿਹੜੇ ਇਲੈਕਟ੍ਰੀਕਲੀ ਵੇ ਤੇ ਹੋ ਜਾਂਦੇ ਨੇ, ਬ੍ਰਹਿਮੰਡ ਰੇਜ਼ ਦੇ ਦੁਆਰਾ, ਕਿਰਨਾਂ ਦੇ ਦੁਆਰਾ ਕ੍ਰੀਏਟ ਹੋ ਜਾਂਦੇ ਨੇ ਮਦਰਬੋਰਡ ਦੇ ਵਿੱਚ। ਕਈ ਵਾਰ ਸਪਾਰਕਿੰਗ ਹੋ ਜਾਂਦੀ ਹੈ, ਕੋਈ ਚੀਜ਼ ਮੱਚ ਜਾਂਦੀ ਆ। ਠੀਕ ਹੈ, ਇੱਦਾਂ ਦੀਆਂ ਚੀਜ਼ਾਂ ਨੂੰ ਮਤਲਬ ਡਿਟੈਕਟ ਕਰਨ ਲਈ, ਕਰੈਕਟ ਕਰਨ ਦੇ ਲਈ ਤਾਂ ਐਰਰ ਡਿਟੈਕਟਿੰਗ ਤੇ ਕਰੈਕਟਿੰਗ ਕੋਡ ਇਨ ਦਾ ਮੈਮਰੀ 'ਚ ਆਪਾਂ ਯੂਜ਼ ਕਰਦੇ ਹਾਂ। ਤਾਂ ਮੋਸਟ ਕਾਮਨ ਐਰਰ ਡਿਟੈਕਸ਼ਨ ਸਕੀਮ ਇਜ਼ ਦਾ ਪੇਅਰਟੀ ਬਿਟ। ਬੇਟਾ ਪੇਅਰਟੀ ਬਿਟ ਦਾ ਮੀਨਿੰਗ ਕੀ ਆ ਹੁਣ? ਪੇਅਰਟੀ ਬਿਟ ਇਜ਼ ਐਨ ਐਕਸਟਰਾ ਬਿਟ ਇਨਕਲੂਡਡ ਇਨ ਡਾਟਾ ਵਰਡ ਇਨ ਦਾ ਮੈਮਰੀ। ਇਹਦੇ ਵਿੱਚ ਮਤਲਬ ਡਾਟਾ ਵਰਡ ਜੋ ਵੀ ਮੈਮਰੀ ਦੇ ਵਿੱਚ ਆਪਾਂ ਡਾਟਾ ਯੂਜ਼ ਕਰ ਰਹੇ ਹਾਂ ਬੇਟਾ, ਉਹਦੇ ਨਾਲ ਇੱਕ ਐਕਸਟਰਾ ਬਿਟ ਐਡ ਕੀਤਾ ਜਾਂਦਾ ਵਾਧੂ। ਇਹ ਦੋ ਤਰ੍ਹਾਂ ਦੇ ਹੁੰਦੇ ਨੇ ਬੇਟਾ, ਇੱਕ ਤਾਂ ਹੁੰਦਾ ਇਵਨ ਤੇ ਇੱਕ ਹੁੰਦਾ ਔਡ। In the even paired method, the value of the bit is chosen so that the total number of ones in the code group। ਈਵਨ ਦੇ ਵਿੱਚ ਬੇਟਾ ਕੀ ਗੱਲ ਕੀਤੀ ਗਈ ਹੈ ਵੀ ਆਪਾਂ 1 ਆ ਜਿਹੜੇ ਦੇਖਣੇ ਵੀ ਜਿਹੜੇ ਬਿਟ ਆਪਾਂ ਨੂੰ ਬਾਈਟ ਦੇ ਵਿੱਚ ਜਿਹਦੇ ਵਿੱਚ ਜਿਵੇਂ 8 ਬਿਟ ਦਾ ਡਾਟਾ ਦੇ ਦਿੰਦੇ ਆ, ਜਿੰਨੇ ਵੀ ਇਹਦੇ ਵਿੱਚ 1 ਆ ਜਾਂਦੇ ਨੇ, ਠੀਕ ਹੈ ਜੀ, ਉਹ ਕਾਊਂਟ ਕਰਨੇ। ਜੇ ਤਾਂ ਉਹ ਈਵਨ ਨੰਬਰ ਦੇ ਵਿੱਚ ਆ ਗਏ ਤਾਂ ਈਵਨ ਪੇਅਰਟੀ ਬਿਟ ਆ, ਜੇ ਉਹ ਔਡ ਨੰਬਰ ਦੇ ਵਿੱਚ ਆ ਗਏ ਤਾਂ ਉਹ ਔਡ ਪੇਅਰਟੀ ਬਿਟ ਆ। ਠੀਕ ਹੈ ਜੀ, ਇਸ ਤਰ੍ਹਾਂ 7 ਬਿਟ ਆਫ ਡਾਟਾ ਦਿੱਤਾ ਵਾ ਆਪਣੇ ਕੋਲ, ਜਿਵੇਂ 7 ਬਿਟ 00 ਆ, ਇਹਦੇ ਵਿੱਚ 1 ਕਿੰਨੇ ਦਿੱਤੇ ਹੋਏ ਆ 3 ਆ, ਇਹਦੇ ਵਿੱਚ 1 ਕਿੰਨੇ ਦਿੱਤੇ ਹੋਏ ਆਗੇ 4 ਆ, ਇਹਦੇ ਵਿੱਚ 1 ਕਿੰਨੇ ਦਿੱਤੇ ਹੋਏ ਆਪਣੇ ਕੋਲੇ 7। ਇਸ ਤਰ੍ਹਾਂ ਮਤਲਬ ਕਿ 1 ਕਾਊਂਟ ਕੀਤੇ। ਈਵਨ ਦੀ ਗੱਲ ਕੀਤੀ ਆ ਤਾਂ 0 ਐਡ ਕਰਤਾ। ਜੇ ਦੇਖੋ ਬੇਟਾ ਆਪਾਂ ਇਹਨੂੰ ਈਵਨ ਬਿਟ ਬਣਾਉਣਾ ਤਾਂ ਇੱਕ 0 ਐਡ ਕੀਤਾ। ਠੀਕ ਹੈ ਜੀ, ਇਹਨੂੰ ਆਪਾਂ ਦੇਖੋ ਇਹ ਆਪਣੇ ਕੋਲੇ ਔਡ ਨੰਬਰ ਦੇ ਵਿੱਚ ਆ ਗਿਆ 3, ਤਾਂ ਠੀਕ ਹੈ ਇਹਨਾਂ ਨੇ 1 ਤਾਂ ਐਡ ਕੀਤਾ ਕਿਉਂਕਿ ਇਹ ਜਦੋਂ 1 ਕਾਊਂਟ ਕਰੋਗੇ 1 2 3 4 ਤਾਂ ਇਹ 4 ਈਵਨ ਨੰਬਰ ਦੇ ਵਿੱਚ ਬਣ ਗਏ। ਇਸੇ ਤਰ੍ਹਾਂ ਇੱਥੇ 4 ਆ, ਇੱਥੇ ਆਪਾਂ 0 ਐਡ ਕਰਤਾ, ਇਹ ਆਲਰੇਡੀ ਈਵਨ ਨੰਬਰ ਹੈਗਾ। ਠੀਕ ਹੈ ਜੀ, ਇੱਥੇ 7 ਹੈ, ਇੱਥੇ ਆਪਾਂ ਕੀ ਕੀਤਾ ਗਾ 8 ਬਣਾਉਣ ਲਈ, ਇੱਥੇ ਫਿਰ 1। ਇਸੇ ਤਰ੍ਹਾਂ ਔਡ ਦੇ ਲਈ ਬੇਟਾ ਕੀ ਕਰਾਂਗੇ ਉਹਦੇ ਉਲਟ ਐਡ ਕਰਾਂਗੇ, ਕਿਉਂਕਿ 1 ਆ, ਜੇ ਇੱਥੇ 0 ਐਡ ਕਰਾਂਗੇ ਤਾਂ ਫਿਰ ਇਹ 3 ਰਹੂਗਾ, ਜੇ ਇੱਥੇ ਆਪਾਂ 1 ਐਡ ਕਰਾਂਗੇ ਇੱਥੇ ਫਿਰ 4 ਬਣੂਗਾ। ਇਸ ਤਰ੍ਹਾਂ ਇਹ ਔਡ ਨੰਬਰ ਬਣਾਉਣ ਦੇ ਲਈ ਆਪਾਂ ਯੂਜ਼ ਕਰਦੇ ਹਾਂ। ਠੀਕ ਹੈ ਜੀ, ਨੈਕਸਟ ਬੇਟਾ ਆਪਣੇ ਕੋਲ ਆ ਗਿਆ ਇਹਦੇ ਵਿੱਚ the data word including the parity bit transmitted and then checked at the receiving end for error। ठीक है, and error is detected if he checked parity bit at the receiver does not corresponding with 1 transmitted। if the parity bit of read is incorrect the error is detected but it cannot be corrected। देखो बेटा जेकर वो आप इस अकॉर्डिंग वैल्यू ऐड करती इवन आउट के अकॉर्डिंग तो दैट इज कॉल्ड एरर डिटेक्ट हो जाएगा, अदरवाइज अपना एरर है जो डिटेक्ट नहीं होगा। इस बार सिंगल एरर अकर व्हेन अ बिट चेंजेस इन वैल्यू फ्रॉम 1 to 0 और 0 to 1। मतलब कि एक ही सिंगल वैल्यू ही सारी वैल्यू ਨੂੰ ਚੇਂਜ ਕਰ ਦਿੰਦੀ ਆ। ਤਾਂ ਵਾਈਲ ਸਟੋਰਡ ਔਰ ਇਫ ਇਟ ਇਜ਼ ਐਰਰਨੈਸਲੀ ਚੇਂजेस ਡਿਊਰਿੰਗ ਅ ਰਾਈਟ ਔਰ ਰੀਡ ਆਪਰੇਸ਼ਨ, ਜਿਹਦੇ ਨਾਲ ਆਪਣਾ ਰਾਈਟ ਤੇ ਰੀਡ ਦਾ ਆਪਰੇਸ਼ਨ ਦੋਨੇ ਹੀ ਪਰਫਾਰਮ ਹੁੰਦੇ ਨੇ। ਠੀਕ ਹੈ ਬੇਟਾ, ਇਫ ਦਾ ਸਪੈਸੀਫਿਕ ਬਿਟ ਇਨ ਐਰਰ ਇਜ਼ ਆਇਡੈਂਟੀਫਾਈ, ਜੇਕਰ ਆਪਾਂ ਨੂੰ ਪਤਾ ਲੱਗ ਜੇ ਵੀ ਕਿਤੇ ਵੀ ਐਰਰ ਆ, ਦੈਨ ਐਰਰ ਕੈਨ ਬੀ ਕਰੈਕਟਡ ਬਾਈ ਕੰਪਲੀਮੈਂਟਰੀ ਇਟ ਦਾ ਐਰਰਨੈਸ ਬਿਟ। ਕੰਪਲੀਮੈਂਟ ਕਰਕੇ ਉਹਨੂੰ ਆਪਾਂ ਚੇਂਜ ਕਰ ਸਕਦੇ ਹਾਂ। ਮਤਲਬ ਜੇ 0 ਆ ਤਾਂ ਉਹਨੂੰ 1 ਦੇ ਵਿੱਚ ਚੇਂਜ ਕਰ ਦਿਓ, ਜੇ 1 ਆ ਤਾਂ ਉਹਨੂੰ ਕਾਹਦੇ ਵਿੱਚ ਚੇਂਜ ਕਰ ਦੂੰਗੀ 0 ਤੇ। ਅੱਗੇ ਬੇਟਾ ਹਮਿੰਗ ਕੋਡ ਹੈ, ਇਹਦੇ ਵਿੱਚ ਆਪਾਂ ਇਹਨੂੰ ਸੋਲਵ ਕਰਨ ਲਈ ਯੂਜ਼ ਕਰਾਂਗੇ, ਉਹਦੀ ਅੱਗੇ ਟਾਈਪਸ ਵਗੈਰਾ ਨੇ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਓਕੇ, ਥੈਂਕ ਯੂ।